ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਕੋਈ ਵੱਡਾ ਅੰਦੋਲਨ ਦਾ ਐਲਾਨ, ਉਹ ਵੱਡੇ ਅੰਦੋਲਨ ਦਾ ਐਲਾਨ ਦੁਆਰਾ ਫਿਰ ਕਰਨਗੇ। ਕਿੰਨਾ ਕੁ ਸਮਾਂ ਦੇ ਰਹੇ ਹੋ ਸਰਕਾਰ ਨੂੰ ਕਿ ਇਹਨਾਂ ਮੰਗ ਪੱਤਰਾਂ ਤੇ ਵਿਚਾਰ ਚਰਚਾ ਕਰ ਲਿਆ ਜਾਵੇ? ਜਿੱਡਾ ਵੱਡਾ ਦੇਸ਼ ਨੇ ਅੰਦੋਲਨ ਦੇਖਿਆ, ਸਰਕਾਰ ਦਾ ਫਰਜ਼ ਬਣਦਾ ਸੀ ਕਿ ਸਰਕਾਰ ਸਾਨੂੰ ਅੱਜ ਮੰਗ ਪੱਤਰ ਦੇਣੇ ਨਾ ਪੈਂਦੇ। 450-500 ਜਥੇਬੰਦੀ ਦਾ ਸੰਯੁਕਤ ਕਿਸਾਨ ਮੋਰਚਾ, ਜੇ ਕੋਈ 5-7 ਜਥੇਬੰਦੀਆਂ ਇਲੈਕਸ਼ਨ ਲੜ ਰਹੀਆਂ ਉਹਦੇ ਕਰਕੇ ਕੋਈ ਮੋਰਚੇ ਨੂੰ ਆਜ ਨਹੀਂ ਆਏਗੀ। ਪਹਿਲੇ ਅੰਦੋਲਨ ਤੋਂ ਵੀ ਵੱਡਾ ਅੰਦੋਲਨ ਹੋਰ ਉੱਭਰੇਗਾ। ਕਿਵੇਂ ਵਿਸ਼ਾਲ ਹੋਏਗਾ ਜਦ ਸੰਯੁਕਤ ਕਿਸਾਨ ਮੋਰਚਾ ਇਹ ਕਹਿੰਦਾ ਹੈ ਕਿ ਜਿਹੜੀਆਂ ਜਥੇਬੰਦੀਆਂ ਚੋਣ ਮੈਦਾਨ 'ਚ ਨਿੱਤਰ ਆਈਆਂ ਉਹਨਾਂ ਤੋਂ ਸਾਡੀ ਅਲੱਹਿਦਗੀ ਹੈ। ਕਿਸਾਨ ਜਥੇਬੰਦੀਆਂ ਨੂੰ ਇਲੈਕਸ਼ਨਾਂ ਦਾ ਪਾਰਟ ਨਹੀਂ ਬਣਨਾ ਚਾਹੀਦਾ। ਮਹਿਸੂਸ ਕਰਦੇ ਹੋ ਕਿ ਜਥੇਬੰਦੀਆਂ ਜਿਹੜੀਆਂ ਚੋਣ ਮੈਦਾਨ 'ਚ ਨਿੱਤਰੀਆਂ ਨੇ ਉਹਨਾਂ ਨੇ ਚੋਣ ਲੜਨ ਦਾ ਫੈਸਲਾ ਕਰਕੇ ਗਲਤ ਕੀਤਾ ਆ? ਉਹ ਸਮਾਂ ਦੱਸੇਗਾ ਕਿ ਉਹਨਾਂ ਦਾ ਫੈਸਲਾ ਸਹੀ ਹੈ ਜਾਂ ਗਲਤ ਹੈ, ਲੇਕਿਨ ਸੰਯੁਕਤ ਕਿਸਾਨ ਮੋਰਚਾ ਜਿਹੜਾ ਪੂਰੀ ਤਰ੍ਹਾਂ ਨਾਨ ਪੋਲੀਟੀਕਲ ਹੈ। ਸਾਲ ਤੋਂ ਵੱਧ ਸਮਾਂ ਜਦੋਂ ਕਿਸਾਨ ਜਥੇਬੰਦੀਆਂ ਦਿੱਲੀ ਦੀ ਸਰਹੱਦ ਤੇ ਬੈਠ ਕੇ ਵਾਪਸ ਪਰਤੀਆਂ ਤਾਂ ਸਰਕਾਰ ਨੇ ਇੱਕ ਚਿੱਠੀ ਦੇ ਰੂਪ ਦੇ ਵਿੱਚ ਇਹਨਾਂ ਨੂੰ ਭਰੋਸਾ ਦਿੱਤਾ ਸੀਗਾ। ਭਰੋਸਾ ਕੀ ਸੀਗਾ ਕਿ 3 ਖੇਤੀਬਾੜੀ ਕਾਨੂੰਨ ਵਾਪਸ ਲੈਣ ਦੇ ਨਾਲ MSP ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਕਮੇਟੀ ਬਣਾਈ ਜਾਏਗੀ। ਕਿਸਾਨਾਂ ਦੇ ਉੱਤੇ ਦਰਜ ਪਰਚੇ ਰੱਦ ਕੀਤੇ ਜਾਣਗੇ, ਚਾਹੇ ਬਿਜਲੀ ਸੋਧ ਬਿੱਲ ਹੋਵੇ, ਚਾਹੇ ਪ੍ਰਦੂਸ਼ਣ ਨੂੰ ਲੈ ਕੇ ਦਿੱਤਾ ਗਿਆ ਆਰਡੀਨੈਂਸ ਹੋਵੇ, ਉਹਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਿਆ ਜਾਏਗਾ। ਪਰ ਉਸ ਸਭ ਤੋਂ ਬਾਅਦ ਲਗਾਤਾਰ ਸਮਾਂ ਬੀਤਿਆ, ਸਰਕਾਰ ਨੇ ਇਸ ਪਾਸੇ ਵੱਲ ਕੋਈ ਵੀ ਪੈਰ ਧਰਾਵਾ ਅਜੇ ਤੱਕ ਨਹੀਂ ਕੀਤਾ, ਜਿਹਦਾ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਕਿ 31 ਜਨਵਰੀ ਨੂੰ ਵਾਅਦਾ ਖਿਲਾਫੀ ਦਿਵਸ ਮਨਾਇਆ ਜਾਏਗਾ। ਵੱਖ-ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਹੋਣਗੇ, ਮੰਗ ਪੱਤਰ ਦਿੱਤੇ ਜਾਣਗੇ। ਅੱਜ ਫਗਵਾੜੇ ਦੇ ਵਿੱਚ ਵੀ ਮੰਗ ਪੱਤਰ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਵੱਲੋਂ, ਔਰ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਨੀ ਹੋਰੀ ਸਾਡੇ ਨਾਲ ਨੇ। ਸਾਨੀ ਸਾਹਿਬ, ਲਿਖਤੀ ਚਿੱਠੀ ਆਈ ਸੀ ਜਿਹਦੇ ਤੇ ਜਿਹੜੇ ਸਾਡੇ ਥੰਮ ਨੇ ਉਹ 4 ਸ਼ੇਰਾਂ ਵਾਲਾ ਮੋਹਰ ਵੀ ਲੱਗੀ ਹੋਈ ਸੀ ਬਕਾਇਦਾ, ਪਰ ਉਹ ਚਿੱਠੀ ਦੇ ਉੱਤੇ ਜਿਹੜੇ ਦਾਅਵੇ ਕੀਤੇ ਗਏ ਸੀਗੇ ਕਿ ਆਹ ਕੰਮ ਕਰਾਂਗੇ, ਅਜੇ ਤੱਕ ਕਿਸੇ ਪਾਸੇ ਹੁੰਦੇ ਨਜ਼ਰ ਨਹੀਂ ਆਏ, ਜਿਹਦਾ ਕਰਕੇ ਅੱਜ ਵਾਅਦਾ ਖਿਲਾਫੀ ਦਿਵਸ ਵੀ ਮਨਾਉਣਾ ਪਿਆ, ਮੰਗ ਪੱਤਰ ਦੇਣਾ ਪਿਆ। ਮੰਗ ਪੱਤਰ ਦੇ ਵਿੱਚ ਲਿਖਿਆ ਕੀ ਹੈ ਹੁਣ, ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਇਹ ਮੰਗ ਪੱਤਰ ਪਹੁੰਚੇਗਾ ਤੇ ਕੁਝ ਹੁੰਦਾ ਨਜ਼ਰ ਆਏਗਾ? ਜਸਵੀਰ ਜੀ, ਬਿਲਕੁਲ ਠੀਕ ਹੈ ਗੱਲ ਤੁਹਾਡੀ। ਅੱਜ ਮਾਨਯੋਗ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਸਾਰੇ ਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਜ਼ਿਲ੍ਹਿਆਂ ਦੇ ਰਾਹੀਂ ਉਹਨਾਂ ਰਾਹੀਂ ਇੱਕ ਮੰਗ ਪੱਤਰ ਭੇਜਿਆ ਜਾ ਰਿਹਾ, ਕਿਉਂਕਿ 9 ਦਸੰਬਰ 2021 ਨੂੰ ਭਾਰਤ ਸਰਕਾਰ ਦੇ ਜਿਹੜੇ ਐਗਰੀਕਲਚਰ ਸੈਕਟਰੀ ਨੇ ਸੰਜੇ ਅਗਰਵਾਲ, ਉਹਨਾਂ ਵੱਲੋਂ ਇੱਕ ਲਿਖਤੀ ਚਿੱਠੀ ਸਰਕਾਰੀ ਦਸਤਾਵੇਜ਼ ਰਾਹੀਂ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਲਿਖਤੀ ਪੱਤਰ ਰਾਹੀਂ ਕਿ ਜਿਹੜੇ ਕਿਸਾਨ ਅੰਦੋਲਨ ਦੀਆਂ ਮੁੱਖ ਮੰਗਾਂ ਨੇ, MSP ਉੱਤੇ ਉਹਦੀ ਕਾਨੂੰਨੀ ਗਰੰਟੀ ਦੇਣ ਲਈ ਇੱਕ ਕਮੇਟੀ ਬਣਨੀ ਸੀ। ਉਸ ਤੋਂ ਇਲਾਵਾ ਜਿਹੜੇ ਕਿਸਾਨ ਦਿੱਲੀ ਮੋਰਚੇ 'ਚ ਸ਼ਹੀਦ ਹੋ ਗਏ ਉਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਸੀ। ਇਸ ਤੋਂ ਬਿਨਾਂ ਜਿਹੜੇ ਹੋਰ ਕਿਸਾਨਾਂ ਦੇ ਮਸਲੇ ਸੀਗੇ, ਜਿਵੇਂ ਤੁਸੀਂ ਪਰਾਲੀ ਦਾ ਜ਼ਿਕਰ ਕੀਤਾ, ਬਿਜਲੀ ਆਰਡੀਨੈਂਸ ਹੈਗਾ, ਇਹ ਸਾਰੀਆਂ ਗੱਲਾਂ ਦੇ ਉੱਤੇ ਬੈਠ ਕੇ ਸਾਂਝੀ ਨੀਤੀ ਬਣਾ ਕੇ ਸਾਰੇ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਸਰਕਾਰ ਨੇ ਲਿਖਤੀ ਸਹਿਮਤੀ ਦਿੱਤੀ ਸੀ। ਲੇਕਿਨ ਸਾਨੂੰ ਦੁੱਖ ਦੀ ਗੱਲ ਇਹ ਹੈ, ਜਿੱਥੇ 1 ਸਾਲ ਦਿੱਲੀ ਦਾ ਕਿਸਾਨ ਅੰਦੋਲਨ ਚੱਲਿਆ, ਉਹਦੇ ਵਿੱਚ ਵੀ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਰੋਲ ਹੈ ਬੜਾ ਨੈਗੇਟਿਵ ਰਿਹਾ, ਕਿਸਾਨਾਂ ਦੇ ਨਾਲ ਬਹੁਤ ਘਟੀਆ ਸਲੂਕ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਅੰਦੋਲਨ ਦੀ ਸਮਾਪਤੀ ਹੋਈ ਹੈ, ਉਹਦੇ ਵਿੱਚ ਵੀ ਅਸੀਂ ਸਾਰੇ ਦੇਸ਼ ਦਾ ਕਿਸਾਨ ਮਹਿਸੂਸ ਕਰਦਾ ਕਿ ਸਰਕਾਰ ਨੇ ਧੋਖਾ ਕੀਤਾ। ਸਰਕਾਰ ਨੇ ਕਿਸਾਨਾਂ ਨੂੰ ਹਨੇਰੇ ਵਿੱਚ ਰੱਖ ਕੇ ਅੰਦੋਲਨ ਸਮਾਪਤੀ ਦਾ ਐਲਾਨ ਤਾਂ ਬੇਸ਼ੱਕ ਕਰਵਾ ਲਿਆ, ਲੇਕਿਨ ਕਿਸਾਨਾਂ ਦੀ ਮੰਗ ਦੇ ਉੱਤੇ ਕਿਸੇ ਇੱਕ ਵੀ ਗੱਲ ਦੇ ਉੱਤੇ ਕੋਈ ਗੌਰ ਨਹੀਂ ਕੀਤਾ, ਕਿਸਾਨਾਂ ਦੀ ਕੋਈ ਮੰਗ ਪੂਰੀ ਨਹੀਂ ਹੋਈ। ਇਸ ਕਰਕੇ ਸਾਰੇ ਦੇਸ਼ ਦਾ ਕਿਸਾਨ ਉਹ ਬਹੁਤ ਗੁੱਸੇ ਦੀ ਲਹਿਰ ਆ, ਕਿਸਾਨ ਠੱਗੇ ਮਹਿਸੂਸ ਕਰ ਰਹੇ ਆ, ਤੇ ਦੇਸ਼ ਦੀ ਜਿਹੜੀ ਸਰਕਾਰ ਆ ਉਹਦੇ ਖਿਲਾਫ ਸਾਰੇ ਦੇਸ਼ ਦੇ ਵਿੱਚ ਵੱਡਾ ਰੋਸ ਫੈਲ ਰਿਹਾ। ਅੱਜ ਦੇ ਮੰਗ ਪੱਤਰ ਰਾਹੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਤੋਂ ਅਸੀਂ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਨੂੰ, ਨਰਿੰਦਰ ਮੋਦੀ ਸਰਕਾਰ ਨੂੰ ਮਜਬੂਰ ਕੀਤਾ ਜਾਵੇ। ਜਿਹੜੀ ਸਰਕਾਰ ਕਿਸਾਨਾਂ ਨਾਲ ਵਾਅਦੇ ਕਰ ਚੁੱਕੀ ਹੈ, ਜੇਕਰ ਉਹਨਾਂ ਨੂੰ ਇਨ-ਬਿਨ ਲਾਗੂ ਨਹੀਂ ਕਰੇਗੀ ਜਲਦੀ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਦੇਸ਼ ਦੇ ਜਿਹੜੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਕੋਈ ਵੱਡਾ ਅੰਦੋਲਨ ਦਾ ਐਲਾਨ, ਉਹ ਵੱਡੇ ਅੰਦੋਲਨ ਦਾ ਐਲਾਨ ਦੁਆਰਾ ਫਿਰ ਕਰਨਗੇ। ਫਿਰ ਉਹਦੀ ਜ਼ਿੰਮੇਵਾਰ ਨਰਿੰਦਰ ਮੋਦੀ ਸਰਕਾਰ, ਕੇਂਦਰ ਸਰਕਾਰ ਹੋਏਗੀ। ਕਿੰਨਾ ਕੁ ਸਮਾਂ ਦੇ ਰਹੇ ਹੋ ਸਰਕਾਰ ਨੂੰ ਕਿ ਇਹਨਾਂ ਮੰਗ ਪੱਤਰਾਂ ਤੇ ਵਿਚਾਰ ਚਰਚਾ ਕਰ ਲਿਆ ਜਾਵੇ, ਜਿਹਦੇ ਤੋਂ ਬਾਅਦ ਅਗਲਾ ਕੋਈ ਫੈਸਲਾ ਵੱਡੇ ਸੰਘਰਸ਼ ਦੇ ਲਈ ਲੈਣਾ ਹੈ? ਦੇਖੋ, ਸਰਕਾਰ ਦੀ ਡਿਊਟੀ ਬਣਦੀ, ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਆ, ਜਿੱਡਾ ਵੱਡਾ ਦੇਸ਼ ਨੇ ਅੰਦੋਲਨ ਦੇਖਿਆ, ਸਰਕਾਰ ਦਾ ਫਰਜ਼ ਬਣਦਾ ਸੀ ਕਿ ਸਰਕਾਰ ਸਾਨੂੰ ਅੱਜ ਮੰਗ ਪੱਤਰ ਦੇਣੇ ਨਾ ਪੈਂਦੇ। ਅਸੀਂ 11 ਦਸੰਬਰ ਨੂੰ ਵਾਪਸ ਆਏ ਹਾਂ, ਸਾਨੂੰ ਇਹ 15 ਦਸੰਬਰ ਤੋਂ ਸਰਕਾਰ ਇਹਦੇ ਤੇ ਅਮਲ ਕੀ ਕਰਦੀ ਆ ਇਹ ਜਨਤਾ ਨੂੰ ਦੱਸਣਾ ਚਾਹੀਦਾ ਸੀ। ਲੇਕਿਨ ਹਜੇ ਵੀ ਸਰਕਾਰ ਨੂੰ ਅਸੀਂ ਨਿਮਰਤਾਪੂਰਵਕ ਅਪੀਲ ਕਰਦੇ ਹਾਂ, 2, 4, 5 ਦਿਨ ਦੇ ਵਿੱਚ ਬਿਨਾਂ ਕੋਈ ਸਮਾਂ ਗਵਾਇਓ ਜਿਹੜੀ ਸਰਕਾਰ
ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਆ ਉਹਨੂੰ ਜਲਦੀ ਤੋਂ ਜਲਦੀ ਪੂਰਾ ਕਰੇ। ਇਹਦੇ 'ਚ ਪਹਿਲਾਂ ਹੀ ਬਹੁਤ ਦੇਰ ਹੋ ਗਈ ਹੈ, ਇਹਦੇ 'ਚ ਬਹੁਤ ਦੇਰ ਹੋ ਗਈ ਹੈ। 750 ਕਿਸਾਨਾਂ ਦੀ ਜਾਨ ਜਾ ਚੁੱਕੀ ਆ। 1 ਸਾਲ ਤੋਂ ਵੱਧ ਸਮਾਂ ਕਿਸਾਨਾਂ ਨੇ ਅੰਦੋਲਨ ਲੜਿਆ। ਹਜ਼ਾਰਾਂ ਕਰੋੜ ਰੁਪਈਆ ਦੇਸ਼ ਦੇ ਕਿਸਾਨਾਂ ਨਾਲ ਇਹਦੇ ਤੇ ਲੱਗ ਗਿਆ, ਲੇਕਿਨ ਵੱਡੀਆਂ ਜਾਨਾਂ ਵਜਾਉਣ ਦੇ ਬਾਵਜੂਦ ਹਜੇ ਸਰਕਾਰ ਦਾ ਜਿਹੜਾ ਰਵੱਈਆ ਉਹ ਕੋਈ ਜ਼ਿੰਮੇਵਾਰੀ ਵਾਲਾ ਸਾਨੂੰ ਨਜ਼ਰ ਨਹੀਂ ਆਉਂਦਾ। ਲੱਗਦਾ ਨਹੀਂ ਹੈ ਕਿ ਜਦੋਂ ਜਥੇਬੰਦੀਆਂ ਅੰਦੋਲਨ ਦੇ ਵਿੱਚ ਸੀਗੀਆਂ ਤੇ ਸੱਤਾ ਦੇ ਉੱਤੇ ਦਬਾਅ ਬਹੁਤਾ ਸੀਗਾ, ਪ੍ਰੈਸ਼ਰ ਬਹੁਤ ਜ਼ਿਆਦਾ ਸੀਗਾ, ਔਰ ਸੱਤਾ ਤੁਹਾਡੀ ਹਰ ਗੱਲ ਨੂੰ ਬੜੇ ਸੰਜੀਦਗੀ ਨਾਲ ਲੈਂਦੀ ਵੀ ਸੀ ਤੇ ਮੰਨਦੀ ਵੀ ਸੀਗੀ। ਜਿੱਦਾਂ ਹੀ ਜਥੇਬੰਦੀਆਂ ਉੱਥੋਂ ਉੱਠ ਕੇ ਆਈਆਂ, ਇੱਧਰ ਆਣ ਕੇ ਚੋਣਾਂ ਦੇ ਵਿੱਚ ਪੈਰ ਧਰਾਵਾ ਕਰ ਲਿਆ, ਸਰਕਾਰ ਨੂੰ ਵੀ ਲੱਗਣ ਲੱਗ ਪਿਆ ਹੁਣ ਤਾਂ ਇਹ ਆਪਸ 'ਚ ਪਾਟ ਗਈਆਂ, ਹੁਣ ਸਾਡੇ ਤੇ ਪ੍ਰੈਸ਼ਰ ਕਿਹਨੇ ਬਣਾਉਣਾ ਆ। ਇਸ ਕਰਕੇ ਸਰਕਾਰ ਨੂੰ ਵੀ ਇਹ ਲੱਗਣ ਲੱਗ ਪਿਆ ਕਿ ਹੁਣ ਫੈਸਲਾ ਲਈਏ ਭਾਵੇਂ ਨਾ ਲਈਏ, ਸਾਡਾ ਕੋਈ ਵਿਗਾੜ ਕੁਝ ਨਹੀਂ ਸਕਦਾ। ਦੇਖੋ, ਇਸ ਜਿਹੜਾ ਅੰਦੋਲਨ ਆ ਇਹਨੇ ਬਹੁਤ ਵੱਡੇ ਪੱਧਰ ਤੇ ਜਾਗਰਤੀ ਪੈਦਾ ਕੀਤੀ, ਸਾਰੇ ਦੇਸ਼ ਦੇ ਵਿੱਚ ਕੀਤੀ ਹੈ, ਇਕੱਲੇ ਕਿਸਾਨਾਂ ਵਿੱਚ ਨਹੀਂ ਕੀਤੀ। ਕਿਸਾਨਾਂ ਤੋਂ ਇਲਾਵਾ ਮਜ਼ਦੂਰ ਵਰਗ, ਛੋਟਾ ਦੁਕਾਨਦਾਰ, ਵਪਾਰੀ, ਕਾਰਖਾਨੇਦਾਰ, ਜਿੰਨਾ ਇੰਡਸਟਰੀ ਮਜ਼ਦੂਰ ਹੈ, ਸਾਰੇ ਲੋਕ ਆਰਥਿਕ ਤੌਰ ਤੇ ਪਿਸ ਰਹੇ ਆ। ਜੇਕਰ ਸਰਕਾਰ ਨੇ ਹਜੇ ਵੀ ਵੇਲਾ ਨਹੀਂ ਸਾਂਭਿਆ, ਇਹ ਸਰਕਾਰ ਮੱਧ ਭੁਲੇਖਾ ਕੱਢੇ। ਜੇ ਕੋਈ ਚੰਦ ਜਥੇਬੰਦੀਆਂ ਇਲੈਕਸ਼ਨ ਲੜ ਰਹੀਆਂ, 450-500 ਜਥੇਬੰਦੀ ਦਾ ਸੰਯੁਕਤ ਕਿਸਾਨ ਮੋਰਚਾ, ਜੇ ਕੋਈ 5-7 ਜਥੇਬੰਦੀਆਂ ਇਲੈਕਸ਼ਨ ਲੜ ਰਹੀਆਂ, ਉਹਦੇ ਕਰਕੇ ਕੋਈ ਮੋਰਚੇ ਨੂੰ ਆਜ ਨਹੀਂ ਆਏਗੀ। ਕਿਸਾਨ ਸਗੋਂ ਪਹਿਲਾਂ ਨਾਲੋਂ ਵੀ ਵੱਧ ਜਥੇਬੰਦ ਹੋਏਗਾ। ਪਹਿਲੇ ਅੰਦੋਲਨ ਤੋਂ ਵੀ ਵੱਡਾ ਅੰਦੋਲਨ ਹੋਰ ਉੱਭਰੇਗਾ, ਇਹ ਸਾਨੂੰ ਵਿਸ਼ਵਾਸ ਹੈ। ਅਸੀਂ ਜੋ ਸਾਰੇ ਦੇਸ਼ ਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ, ਸਾਰੇ ਦੇਸ਼ ਦੇ ਕਿਸਾਨ 'ਚ ਗੁੱਸੇ ਦੀ ਲਹਿਰ ਆ। ਪਹਿਲਾਂ ਤਾਂ ਕਿਸਾਨਾਂ ਨੂੰ ਸੀ ਵੀ ਜੇ ਸਰਕਾਰ ਦੀ ਗੱਲ ਮੰਨ ਕੇ ਅਸੀਂ ਉੱਠ ਜਾਂਦੇ ਹਾਂ। ਹੁਣ ਕਿਸਾਨਾਂ ਨੇ ਦੇਖ ਲਿਆ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜ ਰਹੀ ਹੈ। ਸਰਕਾਰ ਲਗਾਤਾਰ ਮੀਡੀਆ 'ਚ ਜਿਵੇਂ ਪਹਿਲਾਂ ਝੂਠ ਬੋਲਦੀ 7 ਸਾਲ ਤੋਂ, ਹੁਣ ਵੀ ਝੂਠ ਬੋਲ ਕੇ ਉਹ ਹੁਣ ਹਨੇਰੇ 'ਚ ਨਹੀਂ ਰੱਖ ਸਕਦੀ। ਇਸ ਅੰਦੋਲਨ ਨੇ ਬਹੁਤ ਜਾਗਰਤੀ ਪੈਦਾ ਕਰਤੀ। ਜਿਹੜੇ ਅਗਲੇ ਹਾਲਾਤ ਅੰਦੋਲਨ ਦੇ ਹੋਣੇ ਆ, ਅਗਲਾ ਅੰਦੋਲਨ ਪਹਿਲਾਂ ਤੋਂ ਵੀ 10 ਗੁਣਾ ਵਿਸ਼ਾਲ ਹੋਏਗਾ, ਇਹ ਸਾਨੂੰ ਪੂਰਨ ਭਰੋਸਾ ਹੈ। ਕਿਵੇਂ ਵਿਸ਼ਾਲ ਹੋਏਗਾ ਜਦ ਸੰਯੁਕਤ ਕਿਸਾਨ ਮੋਰਚਾ ਇਹ ਕਹਿੰਦਾ ਹੈ ਕਿ ਜਿਹੜੀਆਂ ਜਥੇਬੰਦੀਆਂ ਚੋਣ ਮੈਦਾਨ 'ਚ ਨਿੱਤਰ ਆਈਆਂ ਉਹਨਾਂ ਤੋਂ ਸਾਡੀ ਅਲੱਹਿਦਗੀ ਹੈ, ਔਰ ਉਹਨਾਂ ਨੂੰ ਮੁਅੱਤਲ ਤੱਕ ਕਰਨ ਦੀਆਂ ਚਰਚਾਵਾਂ ਜਿਹੜੀਆਂ ਚੱਲਦੀਆਂ ਪਈਆਂ। ਨਾਲੇ ਇਹ ਦੱਸ ਦਿਓ ਕਿ ਤੁਹਾਡੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਹੜੀ ਹੈ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਆ ਜਾਂ ਚੋਣ ਲੜ ਰਹੀਆਂ ਜਥੇਬੰਦੀਆਂ ਦੇ ਨਾਲ ਆ। ਨਾਲ ਇਹ ਦੱਸ ਦਿਓ ਕਿ ਜਿਹੜੀ ਫਿਰ ਟੁੱਟ ਭੱਜ ਹੋਏਗੀ, ਕੀ ਉਹ ਪਹਿਲਾਂ ਵਰਗਾ ਇਤਿਹਾਸ ਸਿਰਜ ਪਾਏਗੀ ਜੇ ਵੱਡਾ ਅੰਦੋਲਨ ਕਰਨਾ ਪਿਆ? ਜਿਹੜੀ ਪਹਿਲੀ ਗੱਲ ਹੈ ਸਾਡੀ ਆਪਣੀ ਜਥੇਬੰਦੀ ਬਾਰੇ, ਭਾਰਤੀ ਕਿਸਾਨ ਯੂਨੀਅਨ ਦੁਆਬਾ ਬਿਲਕੁਲ ਇਲੈਕਸ਼ਨਾਂ ਦਾ ਪਾਰਟ ਨਹੀਂ। ਸਾਡੀ ਜਥੇਬੰਦੀ ਦਾ ਇੱਕ ਵੀ ਨੁਮਾਇੰਦਾ ਸਾਰੇ ਪੰਜਾਬ ਦੇ ਵਿੱਚ ਕਿਸੇ ਸੀਟ ਤੋਂ ਇਲੈਕਸ਼ਨ ਨਹੀਂ ਲੜ ਰਿਹਾ। ਨਾ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੀ ਹਮਾਇਤ ਕਰ ਰਹੇ ਹਾਂ। ਬੀਜੇਪੀ ਦਾ ਅਸੀਂ ਡਟਵਾਂ ਵਿਰੋਧ ਕਰਦੇ ਹਾਂ, ਸਾਰੇ ਦੇਸ਼ ਵਿੱਚ ਕਰਾਂਗੇ ਜਿੱਥੇ ਤੱਕ ਸਾਡੀ ਸਮਰੱਥਾ। ਬੀਜੇਪੀ ਦਾ ਅਸੀਂ ਵਿਰੋਧ ਕਰਦੇ ਹਾਂ, ਇਲੈਕਸ਼ਨਾਂ ਦਾ ਅਸੀਂ ਬਿਲਕੁਲ ਪਾਰਟ ਨਹੀਂ। ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲਿਆਂ ਦੇ ਨਾਲ ਹਾਂ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਸੰਵਿਧਾਨ ਆ ਕਿ ਸਾਡਾ ਕੋਈ ਵੀ ਜਥੇਬੰਦੀ ਦਾ ਅਹੁਦੇਦਾਰ ਕਦੇ ਜ਼ਿੰਦਗੀ 'ਚ ਇਲੈਕਸ਼ਨ ਨਹੀਂ ਲੜੇਗਾ। ਅਸੀਂ ਨੌਨ ਪੋਲੀਟੀਕਲ ਹਾਂ, ਅਸੀਂ ਐਸਕੇਐਮ ਦਾ ਹਿੱਸਾ ਹਾਂ। ਜਿਹੜੀਆਂ ਜਥੇਬੰਦੀਆਂ ਇਲੈਕਸ਼ਨ ਲੜਦੀਆਂ ਉਹ ਸਾਡੇ ਤੋਂ ਇਲਾਵਾ ਵੱਖਰੀਆਂ ਹੋਰ ਹੋ ਗਈਆਂ ਨੇ। ਸਾਡੀ ਉਹਨਾਂ ਨਾਲ ਕੋਈ ਵਿਚਾਰਧਾਰਕ ਵੱਖਰਤਾ ਹੋ ਸਕਦੀ ਹੈ, ਉਹ ਥੋੜ੍ਹੀਆਂ ਜਥੇਬੰਦੀਆਂ ਦਾ ਫੈਸਲਾ। ਲੇਕਿਨ ਐਸਕੇਐਮ ਜਿਹੜਾ ਬਹੁਤ ਵਿਸ਼ਾਲ ਪਰਿਵਾਰ ਆ, ਜਿਹੜਾ ਕਿਸਾਨ ਆ ਸਾਰੇ ਦੇਸ਼ ਦਾ, ਉਹ ਐਸਕੇਐਮ ਦੇ ਫੈਸਲਿਆਂ ਦਾ ਪਾਬੰਦ ਆ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਅੰਦੋਲਨ ਲੜਿਆ, ਇਹਦੇ 'ਚ ਕੋਈ ਵਿਅਕਤੀ ਵਿਸ਼ੇਸ਼ ਮਾਇਨੇ ਨਹੀਂ ਰਖਾਉਂਦਾ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਜਿਹੜੀ ਆ ਉਹ ਸਰਪ੍ਰਮਾਨਿਤ ਆ। ਉਹਦੀ ਅਗਵਾਈ 'ਚ ਸਾਰੇ ਦੇਸ਼ ਦੀਆਂ ਜਥੇਬੰਦੀਆਂ, ਸਗੋਂ ਪਹਿਲਾਂ ਨਾਲੋਂ ਵੀ ਨਵੀਆਂ ਜਥੇਬੰਦੀਆਂ ਹੋਰ ਜੁੜ ਰਹੀਆਂ। ਅੰਦੋਲਨ ਦੇ ਨਾਲ ਸਾਰੇ ਦੇਸ਼ ਦੇ ਲੋਕ ਜੁੜ ਰਹੇ ਆ ਕਿ ਅੰਦੋਲਨ ਨੇ ਜਾਗਰਤੀ ਪੈਦਾ ਕੀਤੀ ਹੈ। ਕਿਸਾਨਾਂ ਤੋਂ ਇਲਾਵਾ ਬਾਕੀ ਭਾਈਚਾਰੇ ਸਾਰੇ, ਚਾਹੇ ਵਿਦਿਆਰਥੀ ਵਰਗ ਆ, ਚਾਹੇ ਮੁਲਾਜ਼ਮ ਵਰਗ ਆ, ਛੋਟਾ ਦੁਕਾਨਦਾਰ ਆ, ਛੋਟੀ ਇੰਡਸਟਰੀ ਆ, ਸਾਰੇ ਤਬਾਹੀ ਦੇ ਕੰਢੇ ਪਹੁੰਚੇ ਆ। GST ਲਾ ਕੇ, ਕਦੇ ਨੋਟਬੰਦੀ ਕਰਕੇ ਇੰਨੀ ਅੱਤ ਦੀ ਮਹਿੰਗਾਈ ਹੋ ਗਈ, ਆਮ ਲੋਕ 2 ਡੰਗ ਦੀ ਰੋਟੀ ਤੋਂ ਵੀ ਮਹਿਤਾਜ ਹੋ ਗਏ। ਸੰਯੁਕਤ ਕਿਸਾਨ ਮੋਰਚੇ ਨੇ ਅਗਵਾਈ ਦਿੱਤੀ ਹੈ ਤੇ ਸਾਰੇ ਦੇਸ਼ ਨੇ ਉੱਤੇ ਮੋਹਰ ਲਾਈ ਹੈ। ਸਾਰੇ ਦੇਸ਼ ਦੇ ਲੋਕ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜ ਰਹੇ ਆ। ਮਹਿਸੂਸ ਕਰਦੇ ਹੋ ਕਿ ਜਥੇਬੰਦੀਆਂ ਜਿਹੜੀਆਂ ਚੋਣ ਮੈਦਾਨ 'ਚ ਨਿੱਤਰੀਆਂ ਨੇ ਉਹਨਾਂ ਨੇ ਚੋਣ ਲੜਨ ਦਾ ਫੈਸਲਾ ਕਰਕੇ ਗਲਤ ਕੀਤਾ ਆ? ਦੇਖੋ, ਨਿੱਜੀ ਤੌਰ ਤੇ ਜਸਵੀਰ ਜੀ ਮੈਨੂੰ ਇਹ ਗੱਲ ਕਹਿਣ ਤੋਂ ਕੋਈ ਗਰੇਜ਼ ਨਹੀਂ। ਨਿੱਜੀ ਤੌਰ ਤੇ ਸਾਡੀਆਂ ਜਥੇਬੰਦੀਆਂ ਦਾ ਫੈਸਲਾ, ਜਿੰਨਾ ਚਿਰ ਅਸੀਂ ਅੰਦੋਲਨ ਲੜਿਆ, ਸਿੰਘੂ ਬਾਰਡਰ ਦੀ ਸਟੇਜ ਤੋਂ ਕਿਸੇ ਪੋਲੀਟੀਕਲ ਬੰਦੇ ਨੂੰ ਮੰਚ ਤੋਂ ਸੰਬੋਧਨ ਨਹੀਂ ਕਰਨ ਦਿੱਤਾ। ਇੱਕ ਸਾਡਾ ਕਰੜਾ ਜਾਬਤਾ ਸੀ। ਨਿੱਜੀ ਤੌਰ ਤੇ ਮੈਂ ਹਰ ਮੀਟਿੰਗ 'ਚ ਵਿਰੋਧ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਵੀ ਆਗੂ ਨੂੰ ਚੋਣਾਂ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਜੇ ਕੋਈ ਸਹਿਰਦ ਲੋਕ ਚੋਣਾਂ 'ਚ ਹਿੱਸਾ ਲੈਂਦੇ ਆ, ਜਿਹੜੇ ਸਾਡੀਆਂ ਜਥੇਬੰਦੀਆਂ ਦਾ ਪਾਰਟ ਨਹੀਂ ਹੈਗੇ, ਪੰਜਾਬ ਦੇ ਕੋਲ ਕਮੀ ਨਹੀਂ, ਬਹੁਤ ਸਾਰੇ ਦਰਦਮੰਦ ਲੋਕ ਨੇ ਜਿਨ੍ਹਾਂ ਕੋਲ ਤਜਰਬਾ ਆ, ਜਿਨ੍ਹਾਂ ਦੀ ਭਾਵਨਾ ਆ, ਇਮਾਨਦਾਰੀ ਆ, ਉਹ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ। ਆਪਾਂ ਉਹਨਾਂ ਦੀ ਹਮਾਇਤ ਕਰੀਏ। ਕਿਸਾਨ ਜਥੇਬੰਦੀਆਂ ਨੂੰ ਇਲੈਕਸ਼ਨ ਦਾ ਪਾਰਟ ਨਹੀਂ ਬਣਨਾ ਚਾਹੀਦਾ। ਲੇਕਿਨ ਜਿਨ੍ਹਾਂ ਨੇ ਕੀਤਾ, ਚਲੋ ਕੋਈ ਨਹੀਂ, ਸਮੇਂ ਦੇ ਮੁਤਾਬਕ ਆਪੇ ਜਿਹੜੇ ਦੇ ਹਾਲਾਤ ਸਾਫ਼ ਹੋ ਜਾਣਗੇ। ਲੇਕਿਨ ਹੋ ਸਕਦਾ ਸਾਡੇ ਉਹਨਾਂ ਵੀਰਾਂ ਨੂੰ ਜੋ ਬਹੁਤਿਆਂ ਨੇ ਮਹਿਸੂਸ ਕਰ ਲਿਆ ਹੋਊਗਾ, ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਲੋਕਾਂ ਨੇ ਸਾਥ ਦਿੱਤਾ। ਇਹਦੇ ਤੋਂ ਦੇਸ਼ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਨੇ, ਇਕੱਲੇ ਦੇਸ਼ ਦੇ ਨਹੀਂ, ਜਿਹੜੇ ਵਿਦੇਸ਼ਾਂ 'ਚ ਵਸਦੇ ਲੋਕ ਨੇ। ਇੱਕ ਅੰਤਰਰਾਸ਼ਟਰੀ ਪੱਧਰ ਦਾ ਅੰਦੋਲਨ ਆ, ਸਾਨੂੰ ਨੌਨ ਪੋਲੀਟੀਕਲ ਹੋ ਕੇ ਚਲਾਉਣਾ ਚਾਹੀਦਾ। ਜੇ ਕੋਈ ਜਥੇਬੰਦੀਆਂ ਗਈਆਂ ਚੋਣਾਂ 'ਚ, ਉਹਨਾਂ ਨੂੰ ਵੀ ਸਾਡੀ ਅਪੀਲ ਆ ਕਿ ਚੋਣਾਂ ਦਾ ਥੋੜ੍ਹੇ ਦਿਨਾਂ ਦਾ ਕੰਮ ਹੈ, ਚੋਣਾਂ ਤੋਂ ਬਾਅਦ ਆਓ ਇਕੱਠੇ ਸਿਰ ਜੋੜ ਕੇ ਯਤਨ ਕਰੀਏ ਕਿ ਜਿਹੜਾ ਦੇਸ਼ ਦੇ ਕਰੋੜਾਂ ਕਿਸਾਨ ਨੇ, 60-70 ਕਰੋੜ ਤੋਂ ਵੱਧ ਆਬਾਦੀ ਕਿਸਾਨੀ ਤੋਂ ਰੋਟੀ ਖਾਂਦੀ
ਜਾਂਦੀ ਸਿੱਧੇ ਤੌਰ ਤੇ। ਬਾਕੀ ਜਿਹੜੇ ਉਹਦੇ ਨਾਲ ਮਜ਼ਦੂਰ ਵਰਗ ਜੁੜਿਆ, ਇੰਡਸਟਰੀ ਜੁੜੀ ਆ, ਲਗਭਗ 100 ਕਰੋੜ ਲੋਕਾਂ ਨੂੰ ਰੋਜੀ ਰੋਟੀ ਖੇਤੀਬਾੜੀ ਪ੍ਰਦਾਨ ਕਰਦੀ ਹੈ। ਇਹਨੂੰ ਬਚਾਉਣ ਲਈ ਆਪਾਂ ਹੋਰ ਤਕੜੇ ਹੋ ਕੇ, ਨੌਨ ਪੋਲੀਟੀਕਲ ਹੋ ਕੇ, ਸਿਰ ਜੋੜ ਕੇ ਯਤਨ ਕਰੀਏ। ਛੋਟੇ ਛੋਟੇ ਵਖਰੇਵੇਂ ਆਉਣ ਵਾਲੇ ਸਮੇਂ 'ਚ ਦੂਰ ਹੋ ਜਾਣਗੇ ਜਲਦੀ। ਮੇਰਾ ਨਾ ਇੱਕ ਸਵਾਲ ਸੀ ਜਿਹਦਾ ਅਜੇ ਜਵਾਬ ਜਿਹੜਾ ਉਹ ਨਹੀਂ ਆਇਆ। ਮੈਂ ਪੁੱਛਿਆ ਸੀਗਾ ਕਿ ਜੇ ਟੁੱਟ ਭੱਜ ਹੋਈ ਹੈ, ਵਖਰੇਵੇਂ ਪੈਦਾ ਹੋਏ ਆ, ਤਾਂ ਕੀ ਅਸੀਂ ਮੁੜ ਕੇ ਓਡਾ ਵੱਡਾ ਅੰਦੋਲਨ ਸਿਰਜ ਪਾਵਾਂਗੇ ਜਿੱਦਾਂ ਤੁਸੀਂ ਕਹਿੰਦੇ ਆ ਕਿ ਸਿਰਜਾਂਗੇ? ਤੇ ਹੁਣ ਤੁਸੀਂ ਕਹਿੰਦੇ ਆ ਕਿ ਉਹ ਫੈਸਲਾ ਜਿਹੜਾ ਆ ਉਹ ਵੱਖਰਾ ਹੈ, ਨਿੱਜੀ ਤੌਰ ਤੇ ਤੁਸੀਂ ਕਹਿੰਦੇ ਉੱਦਾਂ ਦਾ ਫੈਸਲਾ ਚੋਣਾਂ ਦੇ ਵਿੱਚ ਆਉਣ ਦਾ ਨਹੀਂ ਲੈਣਾ ਚਾਹੀਦਾ ਸੀ, ਕਿਉਂਕਿ ਇਸ ਫੈਸਲੇ ਨੇ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿੱਤਾ, ਬਾਕੀ ਪੋਲੀਟੀਕਲ ਪਾਰਟੀਆਂ ਨੂੰ ਮੌਕਾ ਦਿੱਤਾ। ਤੁਸੀਂ ਕਿਹਾ ਮੰਚ ਤੇ ਨਹੀਂ ਚੜਨ ਦਿੱਤਾ। ਉਹ ਕਹਿੰਦੇ ਅਸੀਂ ਤਾਂ ਉਦੋਂ ਹੀ ਕਹਿੰਦੇ ਸੀ ਕਿਸਾਨ ਜਿਹੜੇ ਉਹ ਪੋਲਿਟਿਕਸ ਕਰ ਰਹੇ ਆ, ਰਾਜਨੀਤੀ ਕਰ ਰਹੇ, ਰਾਜਨੀਤੀ ਦੇ ਤਹਿਤ ਸਾਰੀਆਂ ਚੀਜ਼ਾਂ ਚੱਲਦੀਆਂ। ਹੁਣ ਉਹ ਜਿਹੜਾ ਉਹ ਮਿੱਥ ਬਣਾਉਣਗੇ, ਉਹ ਜਿਹੜਾ ਧਾਰਨਾ ਬਣਾਉਣਗੇ, ਉਹਨੂੰ ਧਾਰਨਾ ਨੂੰ ਤੋੜਨਾ ਪਏਗਾ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ, ਫਿਰ ਉਹਦਾ ਦਾ ਵਿਸ਼ਵਾਸ ਬਹਾਲ ਹੋਏਗਾ। ਦੇਖੋ, ਸੰਯੁਕਤ ਕਿਸਾਨ ਮੋਰਚਾ ਸੀ ਸਾਰੇ ਦੇਸ਼ ਦੀਆਂ ਜਥੇਬੰਦੀਆਂ ਦਾ ਸਮੂਹ। ਜੇ ਕੋਈ ਚੋਣਾਂ ਪੰਜਾਬ ਦੀਆਂ ਜਥੇਬੰਦੀਆਂ 5-10 ਜਥੇਬੰਦੀਆਂ ਇਲੈਕਸ਼ਨ ਦਾ ਪਾਰਟ ਚੰਦ ਦਿਨਾਂ ਲਈ ਬਣ ਰਹੀਆਂ, ਲੇਕਿਨ ਅੰਦੋਲਨ ਅਸੀਂ ਲੰਬੇ ਸਮੇਂ ਲਈ ਲੜਨਾ। ਤੁਸੀਂ 5-10 ਕਹਿੰਦੇ ਆ, ਉਹ 22 ਕਹਿੰਦੇ ਸੀ ਤੇ 3 ਹੋਰ ਕਹਿੰਦੇ ਆ ਜਾਣੀਆਂ, ਜੁੜ ਜਾਣੀਆਂ। 22 ਕੋਈ ਨਹੀਂ, ਚਲੋ ਅੰਦਰੂਨੀ ਜਿਹੜੀਆਂ ਜਥੇਬੰਦੀ ਦੀਆਂ ਗੱਲਾਂ ਉਹ ਸਾਰੀਆਂ ਜਥੇਬੰਦੀਆਂ ਨੂੰ ਪਤਾ ਕਿ ਕਿੰਨੀ ਜਥੇਬੰਦੀਆਂ ਦੇ ਆਗੂ ਲੜ ਰਹੇ ਆ। ਬਹੁਤ ਸਾਰੀਆਂ ਜਥੇਬੰਦੀਆਂ ਦਾ ਕੋਈ ਵੀ ਆਗੂ ਇਲੈਕਸ਼ਨ ਨਹੀਂ ਲੜ ਰਿਹਾ। ਇਹ ਚਲੋ ਪੰਜਾਬ ਦੇ ਭਵਿੱਖ ਦੀ ਖਾਤਰ ਉਹਨੇ ਫੈਸਲਾ ਲਿਆ, ਉਹ ਸਮਾਂ ਦੱਸੇਗਾ ਕਿ ਉਹਨਾਂ ਦਾ ਫੈਸਲਾ ਸਹੀ ਹੈ ਜਾਂ ਗਲਤ ਹੈ। ਲੇਕਿਨ ਸੰਯੁਕਤ ਕਿਸਾਨ ਮੋਰਚਾ ਜਿਹੜਾ ਪੂਰੀ ਤਰ੍ਹਾਂ ਨਾਨ ਪੋਲੀਟੀਕਲ ਹੈ, ਸਾਡੀ ਜਥੇਬੰਦੀ ਕਿਤੇੋਂ ਇਲੈਕਸ਼ਨ ਨਹੀਂ ਲੜਦੀ। ਅਸੀਂ ਕਿਸੇ ਜਥੇਬੰਦੀ, ਕਿਸੇ ਵੀ ਆਪਣੇ ਸਰਕਲ 'ਚ, ਕਿਸੇ ਜ਼ਿਲ੍ਹੇ ਦੇ ਵਿੱਚ ਕਿਸੇ ਵਿਸ਼ੇਸ਼ ਪਾਰਟੀ ਨੂੰ ਵੋਟਾਂ ਪਾਉਣ ਲਈ ਬਿਲਕੁਲ ਨਹੀਂ ਕਹਿੰਦੇ। ਕਿਸਾਨਾਂ ਨੂੰ ਖੁੱਲ੍ਹੇਆਮ ਆਜ਼ਾਦੀ ਹੈ, ਜਿਹੜਾ ਕੈਂਡੀਡੇਟ ਉਹਨਾਂ ਨੂੰ ਚੰਗਾ ਲੱਗਦਾ, ਜਿਹਦੀ ਇਮਾਨਦਾਰੀ ਤੇ ਭਰੋਸਾ, ਜਿਹੜਾ ਕਿਸਾਨਾਂ, ਮਜ਼ਦੂਰਾਂ, ਦੇਸ਼ ਦੇ ਲੋਕਾਂ ਦੀ ਖਾਤਰ ਕੁਛ ਉਹਨੂੰ ਪਿੱਛੇ ਪਿਛੋਕੜ 'ਚ ਕੀਤਾ, ਜਾਂ ਆਉਣ ਵਾਲੇ ਸਮੇਂ 'ਚ ਉਹਨੂੰ ਦੇਸ਼ ਦੇ ਉਹਦੇ ਵੋਟਰਾਂ ਨੂੰ ਆਸ ਹੈ, ਉਹ ਲੋਕਾਂ ਨੂੰ ਖੁੱਲ੍ਹੀ ਆਜ਼ਾਦੀ ਆ, ਕਿਸਾਨਾਂ ਨੂੰ ਵੀ ਆਜ਼ਾਦੀ ਹੈ। ਜਿੰਨੇ ਸਾਡੇ ਹਮਦਰਦੇ ਨੇ, ਜਿੰਨੇ ਸਾਡੇ ਸਹਿਯੋਗੀ ਆ, ਸਭ ਨੂੰ ਖੁੱਲ੍ਹੀ ਛੁੱਟੀ ਆ। ਜਿਹਦੇ ਤੇ ਉਹਨੂੰ ਭਰੋਸਾ, ਉਹਨੂੰ ਆਪਣੀ ਮਰਜ਼ੀ ਮੁਤਾਬਕ ਵੋਟ ਪਾ ਸਕਦਾ। ਭਾਰਤੀ ਕਿਸਾਨ ਯੂਨੀਅਨ ਦੁਆਬਾ ਭਾਜਪਾ ਦਾ ਡਟ ਕੇ ਵਿਰੋਧ ਕਰਦੀ ਹੈ, ਕਿਸਾਨਾਂ ਨੂੰ ਖੁੱਲ੍ਹੀ ਛੁੱਟੀ ਆ। ਲੇਕਿਨ ਅਸੀਂ ਜਥੇਬੰਦੀ ਪੰਜਾਬ ਦੀ ਇੱਕ ਵੀ ਸੀਟ ਤੋਂ ਨਾ ਅਸੀਂ ਕਿਸੇ ਦੀ ਹਮਾਇਤ ਕਰਦੇ ਹਾਂ, ਨਾ ਅਸੀਂ ਕਿਤੇ ਇਲੈਕਸ਼ਨ ਲੜ ਰਹੇ ਹਾਂ। ਇਹ ਵੋਟਰ ਦੀ ਖੁੱਲ੍ਹੀ ਆਜ਼ਾਦੀ ਆ, ਵੋਟਰ ਦੀ ਆਪਣੀ ਨਿੱਜੀ ਮਰਜ਼ੀ ਆ। ਉਹ ਆਪਣੀ ਪਸੰਦ ਦਾ, ਦੇਸ਼ ਨੂੰ ਬਚਾਉਣ ਦਾ, ਪੰਜਾਬ ਨੂੰ ਬਚਾਉਣ ਦਾ ਕੁਛ ਜਿਹੜਾ ਵੀ ਫੈਸਲਾ ਉਹਨੂੰ ਕਰਨਾ, ਵੋਟਰ ਨੂੰ ਖੁੱਲ੍ਹੀ ਛੁੱਟੀ ਹੈ। ਅਸੀਂ ਕੋਈ ਫੈਸਲਾ ਨਹੀਂ ਸੁਣਾਉਂਦੇ। ਬਹੁਤ ਬਹੁਤ ਸ਼ੁਕਰੀਆ ਸਤਨਾਮ ਸਿੰਘ ਸਾਨੀ ਜੀ। ਸੋ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਨਰਲ ਸਕੱਤਰ ਨੇ ਸਤਨਾਮ ਸਿੰਘ ਸਾਨੀ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਚੋਣ ਲੜਨ ਵਾਲੀਆਂ ਜਥੇਬੰਦੀਆਂ ਤੋਂ ਅਲੈਦਗੀ ਹੈ, ਅਸੀਂ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹਾਂ, ਪਰ ਦੁਬਾਰਾ ਫੇਰ ਸੰਘਰਸ਼ ਵਿੱਢਣ ਦੀਆਂ ਚਰਚਾਵਾਂ ਵੀ ਚੱਲ ਗਈਆਂ ਨੇ। ਅੱਜ ਮੰਗ ਪੱਤਰ ਸੌਂਪ ਦਿੱਤੇ ਗਏ ਨੇ। ਯੂਪੀ ਦੇ ਵਿੱਚ 3 ਤਰੀਕ ਤੋਂ ਮਿਸ਼ਨ ਯੂਪੀ ਪਾਰਟ 2 ਸ਼ੁਰੂ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਫਰਵਰੀ ਦੇ ਮਹੀਨੇ ਦੇ ਵਿੱਚ ਟ੍ਰੇਡ ਯੂਨੀਅਨਸ ਦੇ ਵੱਲੋਂ ਧਰਨੇ ਪ੍ਰਦਰਸ਼ਨ ਤੇ ਭਾਰਤ ਬੰਦ ਦੇ ਸੱਦੇ ਦਿੱਤੇ ਗਏ। ਉਹਦੇ ਵਿੱਚ ਕਿਸਾਨ ਜਥੇਬੰਦੀਆਂ ਸਮਰਥਨ ਦੇਣ ਦੀ ਗੱਲ ਕਰ ਰਹੀਆਂ ਨੇ ਕਿ ਮੁੜ ਕੇ ਇਹਨਾਂ ਮੰਗਾਂ ਨੂੰ ਮਨਵਾਉਣ ਲਈ ਇਹਨਾਂ ਨੂੰ ਅੰਦੋਲਨ ਵਿੱਢਣਾ ਪਏਗਾ ਪਹਿਲਾਂ ਵਰਗਾ, ਜਾਂ ਇਹਨਾਂ ਮੰਗ ਪੱਤਰਾਂ ਨਾਲ ਗੱਲ ਬਣ ਜਾਏਗੀ, ਇਹ ਦੇਖਣਾ ਹੋਏਗਾ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਫਗਵਾੜਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਕੂੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।